ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਲਈ USA ਟੀਵੀ ਤੇ ਮੈਂ ਸੁਰਵੀ। ਖਬਰਾਂ ਦੇ ਸਪੁਲਟ 'ਚ ਬਹੁਤ-ਬਹੁਤ ਸਵਾਗਤ। ਪੇਸ਼ ਹਨ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਅਮਰੀਕਾ ਨੇ H1B ਅਤੇ ਗ੍ਰੀਨ ਕਾਰਡ ਬਿਨੇਕਾਰਾਂ ਦੀ ਮਦਦ ਕਰਨ ਵਾਲੇ ਇਮੀਗ੍ਰੇਸ਼ਨ ਹੈਲਪ ਡੈਸਕ ਨੂੰ ਕੀਤਾ ਭੰਗ। ਅਮਰੀਕਾ ਜਾਣ ਦੀ ਯੋਜਨਾ ਬਣਾ ਰਹੇ ਯਾਤਰੀਆਂ ਨੂੰ ਆਪਣੇ ਆਪ ਨੂੰ ਗੂਗਲ ਕਰਨ ਦੀ ਦਿੱਤੀ ਗਈ ਸਲਾਹ। ਚੀਨ ਬਦਲੇ ਦੇ ਮੂਡ ਵਿੱਚ ਅਮਰੀਕਾ 'ਚ ਟਿਕਟੌਕ ਸੌਦੇ ਨੂੰ ਕੀਤਾ ਰੱਦ। ਅਮਰੀਕਾ 'ਚ ਵਧੇ ਰੋਜ਼ਗਾਰ ਦੇ ਮੌਕੇ ਆંકੜੇ ਹੋਏ ਜਾਰੀ। ਟੈਰਿਫ ਯੁੱਧ ਦੇ ਵਿਚਕਾਰ ਟਰੰਪ ਦਾ ਨਵਾਂ ਐਲਾਨ, ਫਾਰਮਾ ਸੈਕਟਰ ਤੇ ਵੀ ਲੱਗੇਗਾ ਟੈਕਸ। ਕੈਨੇਡਾ ਜਾਣ ਵਾਲੇ ਹੁਣ ਹੋ ਜਾਣ ਸਾਵਧਾਨ, ਮਾਰਚ ਮਹੀਨੇ 'ਚ ਸਾਹਮਣੇ ਆਇਆ ਇੱਕ ਵੱਡਾ ਸੰਕਟ। ਹੁਣ ਇਹਨਾਂ ਖਬਰਾਂ ਦਾ ਵਿਸਥਾਰ, ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਹਾਲ ਹੀ ਵਿੱਚ ਇੱਕ ਕਦਮ ਵਿੱਚ ਟਰੰਪ ਪ੍ਰਸ਼ਾਸਨ ਨੇ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਓਮਬਡਸਮੈਨ ਦੇ ਦਫ਼ਤਰ ਨੂੰ ਬੰਦ ਕਰ ਦਿੱਤਾ ਹੈ, ਜੋ ਕਿ ਇੱਕ ਮੁੱਖ ਨਿਗਰਾਨੀ ਸੰਸਥਾ ਹੈ ਜਿਸ ਨੇ ਹਜ਼ਾਰਾਂ ਪ੍ਰਵਾਸੀਆਂ ਨੂੰ ਵੀਜ਼ਾ ਨਾਲ ਸੰਬੰਧਿਤ ਗੁੰਝਲਦਾਰ ਮੁੱਦਿਆਂ ਨੂੰ ਹੱਲ ਕਰਨ ਵਿੱਚ ਸਹਾਇਤਾ ਕੀਤੀ ਸੀ। ਇਮੀਗ੍ਰੇਸ਼ਨ ਵਕੀਲਾਂ ਨੇ ਚਿੰਤਾਵਾਂ ਜ਼ਾਹਰ ਕੀਤੀਆਂ ਹਨ, ਇਹ ਕਹਿੰਦੇ ਹੋਏ ਕਿ ਇਸ ਫੈਸਲੇ ਦਾ ਸਿੱਧਾ ਅਸਰ H1B ਵੀਜ਼ਾ ਧਾਰਕਾਂ, F1 ਵੀਜ਼ਾ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਗ੍ਰੀਨ ਕਾਰਡ ਬਿਨੇਕਾਰਾਂ ਤੇ ਪਵੇਗਾ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਭਾਰਤੀ ਪ੍ਰਵਾਸੀ ਹਨ। ਅਮਰੀਕਨ ਇਮੀਗ੍ਰੇਸ਼ਨ ਲਾਇਰਸ ਐਸੋਸੀਏਸ਼ਨ ਦੇ ਅਨੁਸਾਰ ਓਮਬਡਸਮੈਨ ਦੇ ਦਫ਼ਤਰ ਨੇ ਪਿਛਲੇ ਸਾਲ ਲਗਭਗ 30,000 ਬੇਨਤੀਆਂ ਨੂੰ ਸੰਭਾਲਿਆ, ਜਿਸ ਵਿੱਚ ਦੇਰੀ, ਗਲਤੀਆਂ ਅਤੇ ਅਰਜ਼ੀ ਵਿਵਾਦਾਂ ਵਿੱਚ ਮਦਦ ਦੀ ਪੇਸ਼ਕਸ਼ ਕੀਤੀ ਗਈ। ਇਮੀਗ੍ਰੇਸ਼ਨ ਵਕੀਲਾਂ ਦਾ ਕਹਿਣਾ ਹੈ ਕਿ ਬੰਦ ਹੋਣ ਦੇ ਨਾਲ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਦੇ ਅੰਦਰ ਪਾਰਦਰਸ਼ਤਾ ਅਤੇ ਜਵਾਬਦੇਹੀ ਘਟ ਜਾਵੇਗੀ। ਵਿਅਕਤੀਆਂ ਜਾਂ ਕਾਰੋਬਾਰਾਂ ਨੇ CIS ਓਮਬਡਸਮੈਨ ਤੋਂ ਕਈ ਤਰ੍ਹਾਂ ਦੇ ਮੁੱਦਿਆਂ ਲਈ ਸਹਾਇਤਾ ਮੰਗੀ, ਜਿਸ ਵਿੱਚ ਫਾਈਲਿੰਗ ਨੂੰ ਗਲਤੀ ਨਾਲ ਰੱਦ ਕਰਨ ਅਤੇ ਇਨਕਾਰ ਕਰਨ ਤੋਂ ਲੈ ਕੇ ਸੁਰੱਖਿਅਤ ਦਸਤਾਵੇਜ਼ਾਂ ਜਿਵੇਂ ਕਿ ਗ੍ਰੀਨ ਕਾਰਡ ਅਤੇ ਰੋਜ਼ਗਾਰ ਅਧਿਕਾਰ ਦਸਤਾਵੇਜ਼ ਤੇ ਟਾਈਪੋਗ੍ਰਾਫਿਕਲ ਗਲਤੀਆਂ ਅਤੇ ਇੱਥੋਂ ਤੱਕ ਕਿ ਡਾਕ ਸਮੱਸਿਆਵਾਂ ਸ਼ਾਮਲ ਸਨ। ਪਿਛਲੇ ਸਾਲ ਓਮਬਡਸਮੈਨ ਦੇ ਦਫ਼ਤਰ ਨੇ ਲਗਭਗ 30,000 ਬਿਨੇਕਾਰਾਂ ਦੀ ਸਹਾਇਤਾ ਕੀਤੀ। ਅਮਰੀਕਾ ਜਾਣ ਵਾਲੇ ਵਿਦੇਸ਼ੀ ਯਾਤਰੀਆਂ ਨੂੰ ਵੀਜ਼ਾ ਲਈ ਅਰਜ਼ੀ ਦੇਣ ਜਾਂ ਉਡਾਨ ਭਰਨ ਤੋਂ ਪਹਿਲਾਂ ਆਪਣੀ ਆਨਲਾਈਨ ਮੌਜੂਦਗੀ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕੀ ਅਧਿਕਾਰੀ ਅਸੰਗਤੀਆਂ, ਅਨਅਧਿਕਾਰਤ ਕੰਮ ਜਾਂ ਗਲਤ ਪੇਸ਼ਕਾਰੀ ਦੀ ਪਛਾਣ ਕਰਨ ਲਈ ਜਨਤਕ ਡਿਜੀਟਲ ਫੁੱਟਪ੍ਰਿੰਟਸ ਦੀ ਵਧੇਰੇ ਬਾਰੀਕੀ ਨਾਲ ਸਮੀਖਿਆ ਕਰ ਰਹੇ ਹਨ। ਵਿਦੇਸ਼ ਵਿਭਾਗ, ਕਸਟਮ ਅਤੇ ਸਰਹੱਦੀ ਸੁਰੱਖਿਆ ਯਾਨੀ CBP ਅਤੇ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਯਾਨੀ ਕਿ USCIS ਵਰਗੀਆਂ ਏਜੰਸੀਆਂ ਆਪਣੇ ਪਿਛੋਕੜ ਦੀ ਜਾਂਚ ਦੇ ਹਿੱਸੇ ਵਜੋਂ ਸੋਸ਼ਲ ਮੀਡੀਆ ਅਤੇ ਹੋਰ ਜਨਤਕ ਡਾਟਾ ਦੀ ਵਰਤੋਂ ਕਰ ਰਹੀਆਂ ਹਨ। ਇਹ ਜਾਂਚਾਂ ਵੀਜ਼ਾ ਇੰਟਰਵਿਊ, ਹਵਾਈ ਅੱਡੇ ਦੇ ਨਿਰੀਖਣ ਦੌਰਾਨ ਜਾਂ ਕੰਮ ਦੇ ਵੀਜ਼ਾ ਸਥਿਤੀ ਦੇ ਵਿਸਥਾਰ ਜਾਂ ਨਾਗਰਿਕਤਾ ਲਈ ਅਰਜ਼ੀਆਂ ਦੀ ਪ੍ਰਕਿਰਿਆ ਕਰਦੇ ਸਮੇਂ ਹੋ ਸਕਦੀਆਂ ਹਨ। ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀ ਪਛਾਣ ਦੀ ਪੁਸ਼ਟੀ ਕਰਨ, ਅਸੰਗਤੀਆਂ ਦਾ ਪਤਾ ਲਗਾਉਣ ਅਤੇ ਅਨਅਧਿਕਾਰਤ ਕੰਮ, ਪ੍ਰਵਾਸੀ ਇਰਾਦੇ ਜਾਂ ਗਲਤ ਪੇਸ਼ਕਾਰੀ ਦੇ ਸੰਕੇਤਾਂ ਨੂੰ ਦਰਸਾਉਣ ਲਈ ਜਨਤਕ ਆਨਲਾਈਨ ਸਮੱਗਰੀ ਦੀ ਸਮੀਖਿਆ ਕਰਦੇ ਹਨ। CBP ਅਧਿਕਾਰੀਆਂ ਕੋਲ ਸਰਹੱਦ ਤੇ ਫੋਨਾਂ ਅਤੇ ਲੈਪਟਾਪ ਦੀ ਜਾਂਚ ਕਰਨ ਦਾ ਅਧਿਕਾਰ ਹੈ। ਹਾਲਾਂਕਿ ਹਰ ਯਾਤਰੀ ਦੀ ਜਾਂਚ ਨਹੀਂ ਕੀਤੀ ਜਾਂਦੀ। ਹਾਲ ਹੀ ਦੀਆਂ ਘਟਨਾਵਾਂ ਅਜਿਹੇ ਨਿਰੀਖਣਾਂ ਵਿੱਚ ਵਾਧੇ ਦਾ ਸੰਕੇਤ ਦਿੰਦੀਆਂ ਹਨ। ਵਿਅਕਤੀਆਂ ਨੂੰ ਅਨਅਧਿਕਾਰਤ ਕੰਮ, ਮਨੋਰੰਜਨ, ਨਸ਼ੀਲੇ ਪਦਾਰਥਾਂ ਦੀ ਵਰਤੋਂ ਜਾਂ ਰਾਜਨੀਤਿਕ ਸਮੱਗਰੀ ਨਾਲ ਜੁੜੀਆਂ ਪੋਸਟਾਂ ਜਾਂ ਟੈਗਾਂ ਦੇ ਆਧਾਰ ਤੇ ਹਿਰਾਸਤ ਵਿੱਚ ਲਿਆ ਗਿਆ ਹੈ ਜਾਂ ਦਾਖਲੇ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਦੀ ਸਕਰੀਨਿੰਗ ਇੱਕ ਸਾਧਨ ਹੈ ਜੋ ਅਸਲ ਵਿੱਚ ਰਾਸ਼ਟਰੀ ਸੁਰੱਖਿਆ ਜ਼ੋਖਮਾਂ ਦਾ ਪਤਾ ਲਗਾਉਣ ਲਈ ਫੈਲਾਇਆ ਗਿਆ ਹੈ। ਸਾਰੇ ਵੀਜ਼ਾ ਬਿਨੇਕਾਰ ਸਵੈ-ਚਲਿਤ ਬੇਸਲਾਈਨ ਸੋਸ਼ਲ ਮੀਡੀਆ ਸਕਰੀਨਿੰਗ ਵਿੱਚੋਂ ਗੁਜ਼ਰਦੇ ਹਨ। ਇਸ ਤੋਂ ਇਲਾਵਾ ਬਿਨੇਕਾਰਾਂ ਦੇ ਸਿਰਫ ਇੱਕ ਉਪ ਸਮੂਹ ਨੂੰ ਇੱਕ ਮੈਨੂਅਲ ਡੂੰਘਾਈ ਨਾਲ ਸਮੀਖਿਆ ਮਿਲਦੀ ਹੈ। ਸਵੈ-ਚਲਿਤ ਪ੍ਰਣਾਲੀਆਂ ਵਾਚ ਲਿਸਟਾਂ ਅਤੇ ਕੀਵਰਡ ਫਿਲਟਰਾਂ ਦੇ ਵਿਰੁੱਧ ਜਨਤਕ ਸਮੱਗਰੀ ਨਾਲ ਮੇਲ ਖਾਂਦੀਆਂ ਹਨ। ਡੂੰਘੀਆਂ ਸਮੀਖਿਆਵਾਂ ਸੁਰੱਖਿਆ ਚੇਤਾਵਨੀਆਂ, ਅਸੰਗਤੀਆਂ ਜਾਂ ਉੱਚ ਜੋਖਮ ਵਾਲੇ ਖੇਤਰਾਂ ਦੀ ਯਾਤਰਾ ਦੁਆਰਾ ਸ਼ੁਰੂ ਕੀਤੀਆਂ ਜਾਂਦੀਆਂ ਹਨ। ਅਮਰੀਕਾ ਵੱਲੋਂ ਟੈਰਿਫ ਲਗਾਏ ਜਾਣ ਤੇ ਚੀਨ ਬਹੁਤ ਨਾਰਾਜ਼ ਹੈ। ਚੀਨ ਨੇ ਹਾਲ ਹੀ ਵਿੱਚ ਚੀਨੀ ਵਸਤਾਂ ਤੇ ਐਲਾਨੇ ਗਏ ਅਮਰੀਕੀ ਆਯਾਤ ਟੈਰਿਫ ਕਾਰਨ ਆਪਣੀ ਅਮਰੀਕੀ ਜਾਇਦਾਦ ਨੂੰ ਵੱਖ ਕਰਨ ਲਈ ਟਿਕਟੌਕ ਦੀ ਸੌਦੇ ਨੂੰ ਮਨਜ਼ੂਰੀ ਨਹੀਂ ਦਿੱਤੀ।
ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਸੌਦੇ ਨੂੰ 2 ਅਪ੍ਰੈਲ ਤੱਕ ਵੱਡੇ ਪੱਧਰ ਤੇ ਅੰਤਿਮ ਰੂਪ ਦੇ ਦਿੱਤਾ ਗਿਆ ਸੀ ਅਤੇ ਇਸ ਵਿੱਚ ਸੋਸ਼ਲ ਮੀਡੀਆ ਦੇ ਅਮਰੀਕੀ ਕਾਰਜਾਂ ਨੂੰ ਇੱਕ ਨਵੀਂ ਅਮਰੀਕੀ ਆਧਾਰਿਤ ਕੰਪਨੀ ਵਿੱਚ ਬਦਲਣਾ ਸ਼ਾਮਲ ਸੀ, ਜਿਸ ਵਿੱਚ ਅਮਰੀਕੀ ਨਿਵੇਸ਼ਕਾਂ ਦੀ ਬਹੁਗਿਣਤੀ ਹਿੱਸੇਦਾਰੀ ਸੀ। ਇਸ ਸੌਦੇ ਵਿੱਚ ਬਾਈਡਾਂਸ ਦਾ ਹਿੱਸਾ 20% ਹੋਣਾ ਸੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਸੌਦੇ ਨੂੰ ਟਿਕਟੌਕ ਦੇ ਮੌਜੂਦਾ ਅਤੇ ਨਵੇਂ ਨਿਵੇਸ਼ਕਾਂ ਬਾਈਡਾਂਸ ਅਤੇ ਅਮਰੀਕੀ ਅਧਿਕਾਰੀਆਂ ਦੁਆਰਾ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁਲਾਸਾ ਕੀਤਾ ਕਿ ਉਹ ਇੱਕ ਕਾਰਜਕਾਰੀ ਆਦੇਸ਼ ਤੇ ਦਸਤਖਤ ਕਰਨਗੇ ਜਿਸ ਨਾਲ ਟਿਕਟੌਕ ਨੂੰ ਅਮਰੀਕਾ 'ਚ ਹੋਰ 75 ਦਿਨਾਂ ਲਈ ਕੰਮ ਕਰਨਾ ਜਾਰੀ ਰੱਖਣ ਦੀ ਇਜਾਜ਼ਤ ਮਿਲੇਗੀ। ਇਸ ਦੀ ਪ੍ਰਾਪਤੀ ਦੀ ਪ੍ਰਗਤੀ ਬਾਰੇ ਗੱਲਬਾਤ ਜਾਰੀ ਹੈ। ਬਾਅਦ 'ਚ ਟਿਕਟੌਕ ਦੀ ਚੀਨੀ ਮੂਲ ਕੰਪਨੀ ਬਾਈਡਾਂਸ ਨੇ ਕਿਹਾ ਕਿ ਉਹ ਅਮਰੀਕਾ ਵਿੱਚ ਵੀਡੀਓ ਐਪ ਕੰਪਨੀ ਦੇ ਸੰਚਾਲਨ ਦੇ ਨਾਲ ਸੰਬੰਧਿਤ ਚੱਲ ਰਹੇ ਮੁੱਦੇ ਨੂੰ ਹੱਲ ਕਰਨ ਦੇ ਸੰਭਾਵੀ ਤਰੀਕੇ ਤੇ ਅਮਰੀਕੀ ਸਰਕਾਰ ਨਾਲ ਵਿਚਾਰ ਵਟਾਂਦਰਾ ਕਰ ਰਹੀ ਹੈ। ਟਰੰਪ ਨੇ ਇੱਕ ਕਾਰਜਕਾਰੀ ਆਦੇਸ਼ ਤੇ ਦਸਤਖਤ ਕੀਤੇ ਜਿਸ 'ਚ 5 ਅਪ੍ਰੈਲ ਤੋਂ ਅਮਰੀਕਾ 'ਚ ਹੋਣ ਵਾਲੇ ਸਾਰੇ ਆਯਾਤ ਤੇ 10% ਬੇਸ ਟੈਰਿਫ ਲਗਾਇਆ ਜਾਵੇਗਾ, ਜਦਕਿ ਉਹਨਾਂ ਦੇਸ਼ਾਂ ਅਤੇ ਖੇਤਰਾਂ ਦੇ ਉੱਚ ਪਰਸਪਰ ਟੈਰਿਫ 9 ਅਪ੍ਰੈਲ ਤੋਂ ਲਾਗੂ ਹੋਣਗੇ, ਜਿਨ੍ਹਾਂ ਨਾਲ ਅਮਰੀਕਾ ਦਾ ਸਭ ਤੋਂ ਵੱਡਾ ਵਪਾਰ ਘਾਟਾ ਹੈ। ਅਮਰੀਕਾ 'ਚ ਸੰਘੀ ਸਰਕਾਰ ਵਿੱਚ ਰੋਜ਼ਗਾਰ ਵਿੱਚ ਗਿਰਾਵਟ ਦੇ ਬਾਵਜੂਦ ਇਸ ਸਾਲ ਮਾਰਚ ਵਿੱਚ ਲਗਭਗ 2,28,000 ਨੌਕਰੀਆਂ ਕੱਢੀਆਂ ਗਈਆਂ ਹਨ, ਜਦਕਿ ਬੇਰੁਜ਼ਗਾਰੀ ਦਰ 4.2% ਤੱਕ ਪਹੁੰਚ ਗਈ। ਕਿਰਤ ਵਿਭਾਗ ਦੇ ਕਿਰਤ ਆંકੜਾ ਬਿਊਰੋ ਅਨੁਸਾਰ ਸਿਹਤ ਸੰਭਾਲ, ਸਮਾਜਿਕ ਸਹਾਇਤਾ, ਆਵਾਜਾਈ ਅਤੇ ਗੋਦਾਮਾਂ ਵਿੱਚ ਰੋਜ਼ਗਾਰ ਵਧਿਆ ਹੈ। ਪ੍ਰਚੂਨ ਵਪਾਰ ਵਿੱਚ ਵੀ ਰੋਜ਼ਗਾਰ ਵਧਿਆ। ਰਿਪੋਰਟ ਅਨੁਸਾਰ ਫੈਡਰਲ ਸਰਕਾਰ ਨੇ ਫਰਵਰੀ ਵਿੱਚ 11,000 ਨੌਕਰੀਆਂ ਗਵਾਉਣ ਤੋਂ ਬਾਅਦ ਮਾਰਚ ਵਿੱਚ 4,000 ਨੌਕਰੀਆਂ ਗਵਾ ਦਿੱਤੀਆਂ ਅਤੇ ਉਹ ਕਰਮਚਾਰੀ ਜੋ ਤਨਖਾਹ ਵਾਲੀ ਛੁੱਟੀ ਤੇ ਹਨ ਜਾਂ ਵਾਧੇ ਵਿੱਚ ਤਨਖਾਹ ਪ੍ਰਾਪਤ ਕਰ ਰਹੇ ਹਨ, ਉਹਨਾਂ ਨੂੰ ਵੀ ਰੋਜ਼ਗਾਰ ਪ੍ਰਾਪਤ ਮੰਨਿਆ ਜਾਂਦਾ ਹੈ। ਡੋਨਾਲਡ ਟਰੰਪ ਪ੍ਰਸ਼ਾਸਨ ਦੇ ਅਧੀਨ ਸੰਘੀ ਕਾਰਜਬਲ ਨੂੰ ਲਗਾਤਾਰ ਘਟਾਇਆ ਜਾ ਰਿਹਾ ਹੈ, ਜੋ ਆਉਣ ਵਾਲੇ ਮਹੀਨਿਆਂ 'ਚ ਇਸ ਡਾਟਾ ਨੂੰ ਨਕਾਰਾਤਮਕ ਤੌਰ ਤੇ ਪ੍ਰਭਾਵਿਤ ਕਰ ਸਕਦਾ ਹੈ। ਮਾਰਚ ਨਿੱਜੀ ਗੈਰ ਖੇਤੀ ਖੇਤਰ ਦੇ ਸਾਰੇ ਕਰਮਚਾਰੀਆਂ ਲਈ ਔਸਤ ਘੰਟਾਵਾਰ ਦਰ 9 ਸੈਂਟ ਜਾਂ 0.3% ਵੱਧ ਕੇ 36.0 ਅਮਰੀਕੀ ਡਾਲਰ ਹੋ ਗਈ ਹੈ। ਪਿਛਲੇ 12 ਮਹੀਨਿਆਂ ਵਿੱਚ ਔਸਤ ਘੰਟੇ ਦੀ ਦਰ ਵਿੱਚ 3.8% ਦਾ ਵਾਧਾ ਹੋਇਆ ਹੈ। ਅਮਰੀਕੀ ਕਿਰਤ ਬਾਜ਼ਾਰ ਵਿੱਚ ਜਨਵਰੀ ਵਿੱਚ 1,11,000 ਨੌਕਰੀਆਂ ਦਾ ਵਾਧਾ ਹੋਇਆ, ਜਿਸ ਤੋਂ ਬਾਅਦ ਫਰਵਰੀ 'ਚ 1,17,000 ਨੌਕਰੀਆਂ ਦਾ ਵਾਧਾ ਹੋਇਆ। ਟੈਰਿਫ ਦਾ ਐਲਾਨ ਕਰਦੇ ਸਮੇਂ ਟਰੰਪ ਪ੍ਰਸ਼ਾਸਨ ਨੇ ਫਾਰਮਾਸਿਊਟੀਕਲਸ ਨੂੰ ਟੈਰਿਫ ਦੇ ਦਾਇਰੇ ਤੋਂ ਬਾਹਰ ਰੱਖਿਆ ਸੀ, ਜਿਸ ਨਾਲ ਇਸ ਸੈਕਟਰ ਨੂੰ ਰਾਹਤ ਮਿਲਦੀ ਜਾਪਦੀ ਸੀ। ਪਰ ਇਸ ਤੋਂ ਇੱਕ ਦਿਨ ਬਾਅਦ ਟਰੰਪ ਨੇ ਕਿਹਾ ਕਿ ਛੇਤੀ ਹੀ ਫਾਰਮਾ ਅਤੇ ਸੈਮੀਕੰਡਕਟਰ ਸੈਕਟਰ ਦੇ ਵੀ ਡਿਊਟੀਆਂ ਲਗਾਈਆਂ ਜਾਣਗੀਆਂ। ਇਸ ਸੰਬੰਧੀ ਫਾਰਮਾ ਨਿਰਯਾਤਕ ਦਾ ਕਹਿਣਾ ਹੈ ਕਿ ਜੇ ਡਿਊਟੀ ਲਗਾਈ ਜਾਂਦੀ ਹੈ ਤਾਂ ਵੀ ਭਾਰਤ ਦੇ ਅਮਰੀਕਾ ਨੂੰ ਫਾਰਮਾ ਨਿਰਯਾਤ ਵਿੱਚ ਫਿਲਹਾਲ ਕੋਈ ਕਮੀ ਨਹੀਂ ਆਵੇਗੀ। ਇਸ ਦਾ ਮੁੱਖ ਪ੍ਰਭਾਵ ਇਹ ਹੋਵੇਗਾ ਕਿ ਅਮਰੀਕਾ ਵਿੱਚ ਲੋਕ ਪਹਿਲਾਂ ਨਾਲੋਂ ਮਹਿੰਗੀਆਂ ਦਵਾਈਆਂ ਖਰੀਦਣਗੇ। ਭਾਰਤ ਮੁੱਖ ਤੌਰ ਤੇ ਅਮਰੀਕਾ ਨੂੰ ਜੈਨਰਿਕ ਦਵਾਈਆਂ ਨਿਰਯਾਤ ਕਰਦਾ ਹੈ। ਹਾਲਾਂਕਿ ਟਰੰਪ ਦੇ ਇਸ ਐਲਾਨ ਤੋਂ ਬਾਅਦ ਸ਼ੁੱਕਰਵਾਰ ਨੂੰ ਸਾਰੀਆਂ ਵੱਡੀਆਂ ਫਾਰਮਾ ਕੰਪਨੀਆਂ ਦੇ ਸ਼ੇਅਰਸ ਵਿੱਚ 10% ਤੱਕ ਦੀ ਗਿਰਾਵਟ ਦੇਖਣ ਨੂੰ ਮਿਲੀ। ਇਨ੍ਹਾਂ ਵਿੱਚ ਔਰੇਬਿੰਦੋ, IPCA ਲੈਬ, ਲੂਪਿਨ ਵਰਗੀਆਂ ਵੱਡੀਆਂ ਕੰਪਨੀਆਂ ਸ਼ਾਮਲ ਹਨ। ਵਰਤਮਾਨ ਵਿੱਚ ਅਮਰੀਕਾ ਭਾਰਤ ਤੋਂ ਨਿਰਯਾਤ ਕੀਤੀਆਂ ਜਾਣ ਵਾਲੀਆਂ ਦਵਾਈਆਂ ਤੇ ਕੋਈ ਡਿਊਟੀ ਨਹੀਂ ਲੈਂਦਾ, ਜਦਕਿ ਭਾਰਤ ਅਮਰੀਕਾ ਤੋਂ ਆਯਾਤ ਕੀਤੀਆਂ ਜਾਣ ਵਾਲੀਆਂ ਦਵਾਈਆਂ ਤੇ 10% ਡਿਊਟੀ ਲੈਂਦਾ ਹੈ। ਨਿਰਯਾਤਕਾਂ ਦਾ ਕਹਿਣਾ ਹੈ ਕਿ ਅਜਿਹੀ ਸਥਿਤੀ ਵਿੱਚ ਅਮਰੀਕਾ 'ਚ ਭਾਰਤੀ ਦਵਾਈਆਂ ਤੇ ਡਿਊਟੀ ਲਗਾਉਣਾ ਜਾਇਜ਼ ਹੈ। ਭਾਰਤ ਦਾ ਫਾਰਮਾ ਨਿਰਯਾਤ ਸਾਲਾਨਾ ਲਗਭਗ $30 ਬਿਲੀਅਨ ਹੈ ਅਤੇ ਇਸ ਵਿੱਚੋਂ $10 ਬਿਲੀਅਨ ਅਮਰੀਕਾ ਨੂੰ ਨਿਰਯਾਤ ਕੀਤਾ ਜਾਂਦਾ ਹੈ। 90% ਜੈਨਰਿਕ ਦਵਾਈਆਂ ਭਾਰਤ ਤੋਂ ਅਮਰੀਕਾ ਨੂੰ ਨਿਰਯਾਤ ਕੀਤੀਆਂ ਜਾਂਦੀਆਂ ਹਨ। ਫਾਰਮਾ ਨਿਰਯਾਤਕ ਤਾਂ ਕਹਿੰਦੇ ਹਨ ਕਿ ਅਮਰੀਕਾ ਜੈਨਰਿਕ ਦਵਾਈਆਂ ਦਾ ਆਯਾਤ ਕਰਦਾ ਹੈ, ਪਰ ਉਹਨਾਂ ਦਾ ਉਤਪਾਦਨ ਨਹੀਂ ਕਰਦਾ। ਉਤਪਾਦਨ ਸ਼ੁਰੂ ਕਰਨ ਅਤੇ ਪੂਰੀ ਸਪਲਾਈ ਲੜੀ ਬਣਾਉਣ ਵਿੱਚ 5 ਸਾਲ ਲੱਗਣਗੇ। ਇੱਕ ਸਮੇਂ ਅਮਰੀਕਾ ਜੈਨਰਿਕ ਦਵਾਈਆਂ ਦਾ ਨਿਰਮਾਤਾ ਸੀ, ਪਰ ਹੁਣ ਉਹ ਕੰਪਨੀਆਂ ਬੰਦ ਹੋ ਗਈਆਂ ਹਨ। ਦੂਜਾ, ਯੂਰਪ ਕੋਲ ਵੀ ਅਮਰੀਕਾ ਦੀਆਂ ਜ਼ਰੂਰਤਾਂ ਨੂੰ ਤੁਰੰਤ ਪੂਰਾ ਕਰਨ ਲਈ ਜੈਨਰਿਕ ਦਵਾਈਆਂ ਪੈਦਾ ਕਰਨ ਦੀ ਸਮਰੱਥਾ ਨਹੀਂ ਹੈ, ਇਸ ਲਈ ਭਾਰਤ ਦੇ ਨਿਰਯਾਤ ਪ੍ਰਭਾਵਿਤ ਨਹੀਂ ਹੋਣਗੇ। ਟਰੰਪ ਦੇ ਐਲਾਨ ਅਨੁਸਾਰ ਜੇ ਸੈਮੀਕੰਡਕਟਰ ਸੇ ਡਿਊਟੀ ਲਗਾਈ ਜਾਂਦੀ ਹੈ ਤਾਂ ਤਾਈਵਾਨੀ ਕੰਪਨੀਆਂ ਚਿਪ ਬਣਾਉਣ ਲਈ ਭਾਰਤ ਦੀ ਬਜਾਏ ਅਮਰੀਕਾ ਜਾ ਸਕਦੀਆਂ ਹਨ। ਸੋ ਤਾਈਵਾਨ ਦੁਨੀਆ ਦਾ ਸਭ ਤੋਂ ਵੱਡਾ ਚਿਪ ਨਿਰਮਾਤਾ ਹੈ। ਉਹਨਾਂ ਨੂੰ ਅਮਰੀਕਾ ਵਿੱਚ ਚਿਪ ਬਣਾਉਣ ਲਈ ਕੋਈ ਡਿਊਟੀ ਨਹੀਂ ਦੇਣੀ ਪਵੇਗੀ ਅਤੇ ਉਹ ਉਹਨਾਂ ਨੂੰ ਦੁਨੀਆ ਦੇ ਦੂਜੇ ਦੇਸ਼ਾਂ ਨੂੰ ਵੀ ਸਪਲਾਈ ਕਰ ਸਕਣਗੇ। ਕੈਨੇਡਾ ਦੇ ਵਿੱਚ ਮਾਰਚ ਮਹੀਨੇ ਦੌਰਾਨ 33,000 ਨੌਕਰੀਆਂ ਖਤਮ ਹੋ ਗਈਆਂ ਅਤੇ ਬੇਰੁਜ਼ਗਾਰੀ ਦਰ ਵੱਧ ਕੇ 6.7% ਤੇ ਪੁੱਜ ਗਈ। ਸਟੈਟਿਸਟਿਕਸ ਕੈਨੇਡਾ ਦੇ ਆંકੜਿਆਂ ਮੁਤਾਬਕ ਅਸਲ ਵਿੱਚ 62,000 ਫੁੱਲ ਟਾਈਮ ਨੌਕਰੀਆਂ ਦਾ ਨੁਕਸਾਨ ਹੋਇਆ, ਪਰ ਪਾਰਟ ਟਾਈਮ ਨੌਕਰੀਆਂ ਪੈਦਾ ਹੋਣ ਦੀ ਰਫ਼ਤਾਰ
ਵਧਣ ਕਰਕੇ ਹਾਲਾਤ ਬੇਕਾਬੂ ਨਾ ਹੋਏ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕਾ ਵੱਲੋਂ ਲਾਈਆਂ ਟੈਰਿਫਸ ਮਗਰੋਂ ਕੈਨੇਡੀਅਨ ਰੋਜ਼ਗਾਰ ਖੇਤਰ ਪ੍ਰਭਾਵਿਤ ਹੋਣ ਦਾ ਖਦਸ਼ਾ ਵੱਧ ਗਿਆ ਹੈ ਅਤੇ ਨੇੜ ਭਵਿੱਖ ਵਿੱਚ ਰਿਸੈਸ਼ਨ ਦੇ ਖਤਰੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਬੈਂਕ ਆਫ ਮੌਂਟਰੀਅਲ ਦੇ ਚੀਫ ਇਕਨੋਮਿਸਟ ਦਾ ਮੰਨਣਾ ਹੈ ਕਿ ਕਾਰੋਬਾਰੀ ਖੇਤਰ ਵਿੱਚ ਗੈਰ ਯਕੀਨੀ ਦੇ ਮਾਹੌਲ ਨੂੰ ਰੋਜ਼ਗਾਰ ਖੇਤਰ ਦੇ ਨੁਕਸਾਨ ਦਾ ਸਿੱਧਾ ਜ਼ਿੰਮੇਵਾਰ ਨਹੀਂ ਮੰਨਿਆ ਜਾ ਸਕਦਾ। ਦੱਸ ਦਈਏ ਕਿ ਮਾਰਚ ਮਹੀਨੇ ਦੌਰਾਨ ਕੈਨੇਡਾ ਦੇ ਰਿਟੇਲ ਟ੍ਰੇਡ ਸੈਕਟਰ ਵਿੱਚ 29,000 ਨੌਕਰੀਆਂ ਖਤਮ ਹੋਈਆਂ, ਜਦਕਿ ਇਸ ਦੇ ਉਲਟ ਫਰਵਰੀ ਦੌਰਾਨ 51,000 ਦਾ ਵਾਧਾ ਦਰਜ ਕੀਤਾ ਗਿਆ ਸੀ। ਖੇਤੀ ਸੈਕਟਰ ਵਿੱਚੋਂ 9,300 ਨੌਕਰੀਆਂ ਖਤਮ ਹੋਈਆਂ, ਜਦਕਿ ਸੂਚਨਾ ਅਤੇ ਸੱਭਿਆਚਾਰ ਸੈਕਟਰ ਨੂੰ 20,000 ਨੌਕਰੀਆਂ ਦਾ ਨੁਕਸਾਨ ਹੋਇਆ। ਇਸੇ ਦੌਰਾਨ ਸਰਵਿਸਿਜ਼ ਸੈਕਟਰ ਵਿੱਚ ਰੋਜ਼ਗਾਰ ਦੇ 12,000 ਨਵੇਂ ਮੌਕੇ ਪੈਦਾ ਹੋਏ। ਪ੍ਰਤੀ ਘੰਟਾ ਉਜਰਤ ਦਰਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਸਾਲਾਨਾ ਆਧਾਰ ਤੇ ਮਾਰਚ ਦੌਰਾਨ 3.6% ਵਾਧਾ ਦਰਜ ਕੀਤਾ ਗਿਆ। ਰੋਜ਼ਗਾਰ ਖੇਤਰ ਦੇ ਆંકੜੇ ਬੈਂਕ ਆਫ ਕੈਨੇਡਾ ਵਾਸਤੇ ਵੀ ਦਿੱਕਤਾਂ ਪੈਦਾ ਕਰ ਰਹੇ ਹਨ। 16 ਅਪ੍ਰੈਲ ਨੂੰ ਹੋਣ ਵਾਲੀ ਸਮੀਖਿਆ ਮੀਟਿੰਗ ਵਿੱਚ ਵਿਆਜ ਦਰਾਂ ਘਟਾਉਣ ਦਾ ਫੈਸਲਾ ਯਕੀਨੀ ਮੰਨਿਆ ਜਾ ਰਿਹਾ ਸੀ, ਪਰ ਹੁਣ ਕੇਂਦਰੀ ਬੈਂਕ ਦੁਚਿੱਤੀ ਵਿੱਚ ਘਿਰਿਆ ਮਹਿਸੂਸ ਹੋ ਰਿਹਾ ਹੈ। ਦੂਜੇ ਪਾਸੇ ਗੁਆਂਢੀ ਮੁਲਕ ਅਮਰੀਕਾ ਵਿੱਚ ਰੋਜ਼ਗਾਰ ਦੇ 2,28,000 ਨਵੇਂ ਮੌਕੇ ਪੈਦਾ ਹੋਣ ਦੀ ਰਿਪੋਰਟ ਹੈ, ਪਰ ਫਰਵਰੀ ਮਹੀਨੇ ਦੀ ਤਰਜ਼ ਤੇ ਹਾਲਾਤ ਪੁੱਠੇ ਵੀ ਪੈ ਸਕਦੇ ਹਨ। ਫਰਵਰੀ ਦੇ ਸੌਦੇ ਹੋਏ ਆંકੜਿਆਂ ਦੌਰਾਨ 1,17,000 ਨੌਕਰੀਆਂ ਪੈਦਾ ਹੋਈਆਂ ਅਤੇ ਬੇਰੁਜ਼ਗਾਰੀ ਦਰ ਵੱਧ ਕੇ 4.2% ਹੋ ਗਈ। ਡੋਨਾਲਡ ਟਰੰਪ ਦੀਆਂ ਗੁੰਝਲਦਾਰ ਵਪਾਰ ਨੀਤੀਆਂ ਦੇ ਮੱਦੇਨਜ਼ਰ ਅਮਰੀਕੀ ਕੰਪਨੀਆਂ ਨਵੀਂ ਭਰਤੀ ਤੋਂ ਝਿਜਕ ਰਹੀਆਂ ਹਨ ਅਤੇ ਹੌਲੀ-ਹੌਲੀ ਨੌਕਰੀਆਂ ਘਟਾਉਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਫੈਡਰਲ ਰਿਜ਼ਰਵ ਦੇ ਮੁਖੀ ਜ਼ਰੋਮ ਨੇ ਕਿਹਾ ਕਿ ਗੈਰ ਯਕੀਨੀ ਵਾਲਾ ਮਾਹੌਲ ਜ਼ਿਆਦਾ ਸਮਾਂ ਕਾਇਮ ਰਿਹਾ ਤਾਂ ਬੇਰੁਜ਼ਗਾਰੀ ਦੀ ਗਿਣਤੀ ਵਿੱਚ ਮੋਟਾ ਵਾਧਾ ਹੋ ਸਕਦਾ ਹੈ। ਇੱਕ ਸ਼ਰਾਬੀ ਡਰਾਈਵਰ ਨੇ ਸੈਂਕੜੇ ਪ੍ਰਵਾਸੀਆਂ ਨੂੰ ਕੈਨੇਡਾ ਤੋਂ ਡਿਪੋਰਟ ਕਰਵਾ ਦਿੱਤਾ ਅਤੇ ਉਹਨਾਂ ਨੂੰ ਕੰਮ ਤੇ ਰੱਖਣ ਵਾਲੀਆਂ ਕੰਪਨੀਆਂ ਮੋਟੇ ਜੁਰਮਾਨੇ ਭੁਗਤ ਰਹੀਆਂ ਹਨ। ਜੀ ਹਾਂ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦੱਸਿਆ ਕਿ 700 ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੰਮ ਤੇ ਰੱਖਣ ਵਾਲੀਆਂ 3 ਕੰਪਨੀਆਂ ਨੂੰ ਜੁਰਮਾਨਾ ਕੀਤਾ ਗਿਆ, ਜਿਨ੍ਹਾਂ ਵਿੱਚ ਓਨਟਾਰੀਓ ਦੇ ਅਜੈਕਸ ਸ਼ਹਿਰ ਨਾਲ ਸੰਬੰਧੀ CDA ਲੈਂਡਸਕੇਪ ਸਰਵਿਸਿਜ਼ ਵੀ ਸ਼ਾਮਲ ਹੈ। ਕੰਪਨੀ ਨੇ ਅਨਅਧਿਕਾਰੀ ਤਰੀਕੇ ਨਾਲ ਵਿਦੇਸ਼ੀ ਨਾਗਰਿਕਾਂ ਨੂੰ ਨੌਕਰੀ ਤੇ ਰੱਖਣ ਦੇ 20 ਗੁਨਾਹ ਕਬੂਲ ਕਰ ਲਏ ਅਤੇ $4 ਲੱਖ ਦਾ ਜੁਰਮਾਨਾ ਕੀਤਾ ਗਿਆ। ਇਸ ਤੋਂ ਇਲਾਵਾ TDA ਲੈਂਡਸਕੇਪ ਸਰਵਿਸਿਜ਼ ਅਤੇ SDA ਸਰਵਿਸਿਜ਼ ਨੇ ਵੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਨੌਕਰੀ ਤੇ ਰੱਖਣ ਦਾ ਦੋਸ਼ ਪ੍ਰਵਾਨ ਕੀਤਾ, ਜਿਨ੍ਹਾਂ $25,000 ਜੁਰਮਾਨਾ ਕੀਤਾ ਗਿਆ ਸੀ। CBSA ਵੱਲੋਂ ਜਾਰੀ ਬਿਆਨ ਮੁਤਾਬਕ ਮਾਮਲੇ ਦੀ ਪੜਤਾਲ 2009 ਵਿੱਚ ਆਰੰਭ ਹੋਈ, ਜਦੋਂ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲੇ 'ਚ ਇੱਕ ਵਿਦੇਸ਼ੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ। ਪੜਤਾਲ ਅੱਗੇ ਵਧੀ ਤਾਂ ਪਰਤਾਂ ਖੁੱਲ੍ਹਣ ਲੱਗੀਆਂ ਅਤੇ ਗ੍ਰੇਟਰ ਟੋਰਾਂਟੋ ਏਰੀਆ ਸਣੇ ਸਮੁੱਚੇ ਓਨਟਾਰੀਓ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨੈਟਵਰਕ ਦਾ ਪਰਦਾਫਾਸ਼ ਹੋ ਗਿਆ। ਵੱਖ-ਵੱਖ ਥਾਵਾਂ ਤੇ ਕੰਮ ਕਰ ਰਹੇ 700 ਤੋਂ ਵਿਦੇਸ਼ੀ ਨਾਗਰਿਕਾਂ ਦੀ ਪਛਾਣ ਕੀਤੀ ਗਈ, ਜੋ ਕੈਨੇਡਾ ਵਿੱਚ ਕੰਮ ਕਰਨ ਦੇ ਹੱਕਦਾਰ ਨਹੀਂ ਸਨ। CBSA ਮੁਤਾਬਕ ਜਾਂਚ ਦੌਰਾਨ ਸ਼ਨਾਖਤ ਕੀਤੇ ਗਏ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਚੁੱਕਿਆ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੀ ਇੰਟੈਲੀਜੈਂਸ ਅਤੇ ਇਨਫੋਰਸਮੈਂਟ ਬ੍ਰਾਂਚ ਦੇ ਵਾਈਟ ਪ੍ਰੈਜ਼ੀਡੈਂਟਸ ਨੇ ਦੱਸਿਆ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੰਮ ਤੇ ਰੱਖਣ ਵਾਲੇ ਅਦਾਰਿਆਂ ਵਿਰੁੱਧ ਲੱਗੇ ਦੋਸ਼ ਅਤੇ ਬਤੌਰ ਸਜ਼ਾ ਕੀਤਾ ਗਿਆ ਜੁਰਮਾਨਾ ਦਰਸਾਉਂਦਾ ਹੈ ਕਿ ਇਮੀਗ੍ਰੇਸ਼ਨ ਪ੍ਰਣਾਲੀ ਦੀ ਭਰੋਸੇਯੋਗਤਾ ਹਰ ਹਾਲ ਵਿੱਚ ਬਹਾਲ ਰੱਖੀ ਜਾਵੇਗੀ। CBSA ਦੇ ਅਫਸਰ ਵੱਖ-ਵੱਖ ਪੁਲਿਸ ਮਹਿਕਮਿਆਂ ਨਾਲ ਤਾਲਮੇਲ ਅਧੀਨ ਕੰਮ ਕਰ ਰਹੇ ਹਨ ਅਤੇ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਵਾਬੀ ਟੈਰਿਫ ਕਾਰਨ ਅਮਰੀਕੀ ਸਟਾਕ ਮਾਰਕੀਟ 5% ਤੋਂ ਵੱਧ ਡਿੱਗ ਗਿਆ। ਡਾਓ ਜੋਨਸ SP 500 ਅਤੇ NASDAQ ਸੂਚਕਾਂਕ ਨੂੰ ਭਾਰੀ ਨੁਕਸਾਨ ਹੋਇਆ। ਇਸ ਦਾ ਅਸਰ ਗਲੋਬਲ ਬਾਜ਼ਾਰਾਂ ਤੇ ਵੀ ਪਿਆ। ਬ੍ਰਿਟੇਨ ਅਤੇ ਜਰਮਨੀ ਦੇ ਬਾਜ਼ਾਰਾਂ ਵਿੱਚ ਵੀ ਗਿਰਾਵਟ ਆਈ। ਭਾਰਤ ਵਿੱਚ ਸੈਂਸੈਕਸ ਅਤੇ ਨਿਫਟੀ 1% ਵੱਧ ਡਿੱਗ ਗਏ। ਡੋਨਾਲਡ ਟਰੰਪ ਵੱਲੋਂ ਲਗਾਏ ਗਏ ਪਰਸਪਰ ਟੈਰਿਫ ਕਾਰਨ ਅਮਰੀਕੀ ਸਟਾਕ ਮਾਰਕੀਟ ਵਿੱਚ 5% ਤੋਂ ਵੱਧ ਦੀ ਗਿਰਾਵਟ ਆਈ। ਨਿਵੇਸ਼ਕ ਵਿਸ਼ਵ ਵਿਆਪੀ ਆਰਥਿਕ ਮੰਦੀ ਤੋਂ ਸੁਚੇਤ ਹੋ ਗਏ, ਜਿਸ ਕਾਰਨ ਡਾਓ ਜੋਨਸ S&P 500 ਅਤੇ ਨਾਸਡੈਕ ਵਰਗੇ ਪ੍ਰਮੁੱਖ ਸੂਚਕਾਂਕਾਂ ਵਿੱਚ ਭਾਰੀ ਨੁਕਸਾਨ ਹੋਇਆ। ਇਸ ਤੋਂ ਇਲਾਵਾ ਡਾਓ ਜੋਨਸ ਇੰਡੈਕਸ 5.50% ਤੋਂ ਵੱਧ ਡਿੱਗਿਆ, ਜੋ ਕਿ ਇਸ ਦੀ ਸਭ ਤੋਂ ਵੱਡੀ ਗਿਰਾਵਟ ਵਿੱਚੋਂ ਇੱਕ ਹੈ। S&P 500 ਲਗਭਗ 6% ਡਿੱਗਿਆ, ਜਦਕਿ ਨਾਸਡੈਕ ਵਿੱਚ 5.73% ਦੀ ਗਿਰਾਵਟ ਦੇਖਣ ਨੂੰ ਮਿਲੀ। ਬੈਂਕਿੰਗ ਅਤੇ ਮਾਰਕੀਟ ਮਾਹਰ ਅਜੇ ਬੱਗਾ ਦੇ ਅਨੁਸਾਰ ਟਰੰਪ ਦੇ ਸਹੁੰ ਚੁੱਕਣ ਤੋਂ ਬਾਅਦ ਅਮਰੀਕੀ ਬਾਜ਼ਾਰਾਂ ਨੇ $9 ਟ੍ਰਿਲੀਅਨ ਦਾ ਮਾਰਕੀਟ ਕੈਪ ਗਵਾ ਦਿੱਤਾ
ਆਸਕ ਪ੍ਰਾਈਵੇਟ ਵੈਲਥ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਕਿ ਇਹ ਟੈਰਿਫ ਅਮਰੀਕੀ ਅਰਥਵਿਵਸਥਾ ਵਿੱਚ ਅਨਿਸ਼ਚਿਤਤਾ ਵਧਾ ਸਕਦੇ ਹਨ ਅਤੇ ਸੰਭਾਵਤ ਤੌਰ ਤੇ ਅਮਰੀਕਾ ਵਿੱਚ ਸਟੈਗਫਲੇਸ਼ਨਸ ਯਾਨੀ ਕਿ ਮੰਦੀ ਦੌਰਾਨ ਮਹਿੰਗਾਈ ਦਾ ਕਾਰਨ ਬਣ ਸਕਦੇ ਹਨ। ਰਿਪੋਰਟ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਇਹ ਕਦਮ ਵਪਾਰਕ ਰੁਕਾਵਟਾਂ ਨੂੰ 1800 ਦੇ ਦਹਾਕੇ ਵਿੱਚ ਦੇਖੇ ਗਏ ਪੱਧਰ ਤੱਕ ਵਧਾ ਸਕਦੇ ਹਨ। ਸੋ ਡਾਓ ਜੋਨਸ ਇੰਡੈਕਸ 5.50% ਵੱਧ ਡਿੱਗਿਆ ਹੈ, ਜੋ ਕਿ ਇਸ ਦੀ ਸਭ ਤੋਂ ਵੱਡੀ ਗਿਰਾਵਟ ਹੈ। ਇਸ ਤੋਂ ਇਲਾਵਾ ਬੈਂਕੀ ਤੇ ਮਾਰਕੀਟ ਮਾਹਰ ਦਾ ਕਹਿਣਾ ਹੈ ਕਿ ਇਹ ਬਹੁਤ ਵੱਡਾ ਨੁਕਸਾਨ ਅਮਰੀਕਾ ਨੂੰ ਹੋ ਸਕਦਾ ਹੈ। $50 ਲੱਖ ਤੋਂ ਵੱਧ ਮੁੱਲ ਦਾ ਕਾਰਗੋ ਚੋਰੀ ਹੋਣ ਦੇ ਮਾਮਲੇ ਦੀ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਿਸ ਵੱਲੋਂ ਇੱਕ ਹੋਰ ਪੰਜਾਬੀ ਨੌਜਵਾਨ ਨੂੰ ਗ੍ਰਿਫਤਾਰ ਕਰਦਿਆਂ ਦੋਸ਼ ਆਇਦ ਕੀਤੇ ਗਏ ਹਨ, ਜਦਕਿ ਪਹਿਲਾਂ ਤੋਂ ਗ੍ਰਿਫਤਾਰ ਮਨਜਿੰਦਰ ਸਿੰਘ ਬੂਰਾ ਵਿਰੁੱਧ 12 ਨਵੇਂ ਦੋਸ਼ ਆਇਦ ਕਰਨ ਦਾ ਐਲਾਨ ਕੀਤਾ ਗਿਆ। ਪੁਲਿਸ ਵੱਲੋਂ ਮੁਹੱਈਆ ਜਾਣਕਾਰੀ ਮੁਤਾਬਕ ਟਰੱਕਾਂ ਵਿੱਚ ਲੱਦਿਆ ਸਮਾਨ ਚੋਰੀ ਹੋਣ ਦੀਆਂ ਕਥਿਤ ਵਾਰਦਾਤਾਂ ਦਸੰਬਰ 2024 ਦੇ ਆਰੰਭ ਅਤੇ ਜਨਵਰੀ 2025 ਦੇ ਅੰਤ ਵਿੱਚ ਵਾਪਰੀਆਂ, ਜੋ 올ਡ ਏਜ ਟਰੱਕਿੰਗ ਨਾਂ ਵਾਲੀ ਟਰਾਂਸਪੋਰਟੇਸ਼ਨ ਕੰਪਨੀ ਨਾਲ ਸੰਬੰਧਿਤ ਦੱਸੀਆਂ ਜਾ ਰਹੀਆਂ। ਪੀਲ ਰੀਜਨਲ ਪੁਲਿਸ ਵੱਲੋਂ ਕੀਤੀ ਪੜਤਾਲ ਮੁਤਾਬਕ ਬੀਤੇ ਫਰਵਰੀ ਮਹੀਨੇ ਦੌਰਾਨ 올ਡ ਏਜ ਟਰੱਕਿੰਗ ਵੱਲੋਂ ਸਮਾਨ ਦੀ ਢੋਆ-ਢੁਆਈ ਕਰਵਾਉਣ ਦੀ ਇੱਛਕ ਧਿਰ ਨਾਲ ਆਨਲਾਈਨ ਸੰਪਰਕ ਕੀਤਾ ਗਿਆ ਅਤੇ ਰਿਆਇਤੀ ਦਰਾਂ ਤੇ ਬਿਹਤਰ ਸੇਵਾਵਾਂ ਦਾ ਯਕੀਨ ਦਿਵਾਇਆ ਗਿਆ। ਟਰਾਂਸਪੋਰਟੇਸ਼ਨ ਦਰਾਂ ਦੀ ਪੇਸ਼ਕਸ਼ ਪਸੰਦ ਆਉਣ ਤੇ 올ਡ ਏਜ ਟਰੱਕਿੰਗ ਨੂੰ ਕਾਰਗੋ ਦੀ ਢੋਆ-ਢੁਆਈ ਬਾਰੇ ਜ਼ਿੰਮੇਵਾਰੀ ਸੌਂਪ ਦਿੱਤੀ ਗਈ, ਪਰ ਇਹ ਸਮਾਨ ਕਥਿਤ ਤੌਰ ਤੇ ਰਾਹ ਵਿੱਚ ਹੀ ਖੁਰਦ-ਬੁਰਦ ਹੋ ਗਿਆ। ਪੁਲਿਸ ਨੇ ਅੱਗੇ ਦੱਸਿਆ ਕਿ ਬ੍ਰੈਂਪਟਨ ਨਾਲ ਸੰਬੰਧਿਤ 41 ਸਾਲ ਦੇ ਮਨਜਿੰਦਰ ਸਿੰਘ ਬੂਰਾ ਨੂੰ ਪਹਿਲੀ ਵਾਰ ਗ੍ਰਿਫਤਾਰ ਕਰਦਿਆਂ ਅਪਰਾਧ ਰਾਹੀਂ ਹਾਸਲ ਪ੍ਰਾਪਰਟੀ ਰੱਖਣ ਦਾ ਇੱਕ ਦੋਸ਼ ਅਤੇ $5000 ਤੋਂ ਵੱਧ ਮੁੱਲ ਦੀ ਚੋਰੀ ਦੇ 5 ਦੋਸ਼ ਸਣੇ $5000 ਤੋਂ ਵੱਧ ਰਕਮ ਦੀ ਠੱਗੀ ਦਾ ਦੋਸ਼ ਵੀ ਆਇਦ ਕੀਤਾ ਗਿਆ ਸੀ। ਮਨਜਿੰਦਰ ਸਿੰਘ ਨੂੰ ਦੂਜੀ ਵਾਰ ਗ੍ਰਿਫਤਾਰ ਕਰਦਿਆਂ $5000 ਤੋਂ ਵੱਧ ਮੁੱਲ ਦੀ ਚੋਰੀ ਤੇ 12 ਦੋਸ਼, $5000 ਤੋਂ ਵੱਧ ਰਕਮ ਦੀ ਠੱਗੀ ਦੇ 11 ਦੋਸ਼ ਅਤੇ ਚੋਰੀ ਕੀਤੀ ਪ੍ਰਾਪਰਟੀ ਰੱਖਣ ਦੇ 9 ਦੋਸ਼ ਵੱਖਰੇ ਤੌਰ ਤੇ ਆਇਦ ਕੀਤੇ ਗਏ ਹਨ। ਹੁਣ ਪੀਲ ਰੀਜਨਲ ਪੁਲਿਸ ਵੱਲੋਂ 2 ਹੋਰ ਟਰਾਂਸਪੋਰਟੇਸ਼ਨ ਕੰਪਨੀਆਂ ਦੀ ਪਛਾਣ ਵੀ ਕੀਤੀ ਗਈ ਹੈ, ਜੋ ਕਥਿਤ ਤੌਰ ਤੇ ਇਸ ਧੰਦੇ ਵਿੱਚ ਸ਼ਾਮਲ ਰਹੀਆਂ। ਪੁਲਿਸ ਵੱਲੋਂ ਇਹਨਾਂ ਦੇ ਨਾਂ ਵੈਲੋਸਿਟੀ ਲੌਜਿਸਟਿਕਸ ਇੰਕ ਅਤੇ ਟੋਕ ਲੌਜਿਸਟਿਕ ਇੰਕ ਦੱਸੇ ਜਾ ਰਹੇ ਹਨ। ਅਮਰੀਕਾ ਵਿੱਚ ਭਾਰਤੀ ਮੂਲ ਦੇ ਪਾਦਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕੈਂਸਰ ਸੂਬੇ ਦੇ ਸੈਨਿਕਾ ਕਸਬੇ ਵਿੱਚ ਸੈਂਟ ਪੀਟਰਸ ਚਰਚ ਦਾ ਪਾਦਰੀ ਰਾਜ ਅਰੂਲ ਬਾਲਾਸਵਾਮੀ ਗੰਭੀਰ ਜ਼ਖਮੀ ਹਾਲਤ ਵਿੱਚ ਮਿਲਿਆ। ਨੇਮਾ ਕਾਉਂਟੀ ਦੇ ਸ਼ੈਰਿਫ ਦਫ਼ਤਰ ਮੁਤਾਬਕ ਪਾਦਰੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਜ਼ਖਮਾਂ ਦੀ ਤਾਬ ਨਾ ਚਲਦਿਆਂ ਉਸਨੇ ਦਮ ਤੋੜ ਦਿੱਤਾ। ਰਾਜ ਅਰੂਲ ਬਾਲਾਸਵਾਮੀ 2011 ਤੋਂ ਸੈਂਟ ਪੀਟਰਸ ਐਂਡ ਪੌਲ ਕੈਥੋਲਿਕ ਚਰਚ ਵਿੱਚ ਪਾਦਰੀ ਦੀਆਂ ਸੇਵਾਵਾਂ ਨਿਭਾ ਰਿਹਾ ਸੀ। ਮਾਮਲੇ ਦੀ ਪੜਤਾਲ ਕਰ ਰਹੀ ਪੁਲਿਸ ਵੱਲੋਂ ਓਕਲਾਹੋਮਾ ਸੂਬੇ ਦੇ ਗੈਰੀ ਹਰਮੇਸ਼ ਨੂੰ ਗ੍ਰਿਫਤਾਰ ਕਰਦਿਆਂ ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਫਿਲਹਾਲ ਪੁਲਿਸ ਵੱਲੋਂ ਕਤਲ ਦੇ ਮਕਸਦ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਅਤੇ ਇਹ ਵੀ ਨਹੀਂ ਦੱਸਿਆ ਹੈ ਕਿ ਕੀ ਸ਼ੱਕੀ ਅਤੇ ਪਾਦਰੀ ਇੱਕ ਦੂਜੇ ਨੂੰ ਜਾਣਦੇ ਸਨ ਕਿ ਨਹੀਂ। ਧਾਰਮਿਕ ਆਗੂ ਦੀ ਹੱਤਿਆ ਮਗਰੋਂ ਸੈਨਿਕਾ ਕਸਬੇ ਵਿੱਚ ਸੋਗ ਦਾ ਮਾਹੌਲ ਹੈ, ਜਿੱਥੇ ਵੱਡੀ ਗਿਣਤੀ ਵਿੱਚ ਲੋਕ ਪਾਦਰੀ ਰਾਜ ਅਰੂਲ ਨੂੰ ਨਿੱਜੀ ਤੌਰ ਤੇ ਜਾਣਦੇ ਸਨ। 1994 ਵਿੱਚ ਧਾਰਮਿਕ ਸੇਵਾ ਦੇ ਖੇਤਰ ਵਿੱਚ ਕਦਮ ਰੱਖਣ ਵਾਲੇ ਰਾਜ ਅਰੂਲ 2004 ਤੋਂ ਕੈਂਸਰ ਸੂਬੇ ਵਿੱਚ ਰਹਿ ਰਹੇ ਸਨ ਅਤੇ 2011 ਵਿੱਚ ਅਮਰੀਕਾ ਦੀ ਨਾਗਰਿਕਤਾ ਹਾਸਲ ਕੀਤੀ। ਆਰਚ ਬਿਸ਼ਪ ਜੋਸਫ ਨਾਉਮੈਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਵੇਂ ਇਹ ਵਾਰਦਾਤ ਕਮਿਊਨਿਟੀ ਵਾਸਤੇ ਖਤਰਾ ਪੈਦਾ ਨਹੀਂ ਕਰਦੀ, ਪਰ ਇੱਕ ਪਾਦਰੀ ਦਾ ਕਤਲ ਕਈ ਸਵਾਲ ਖੜੇ ਕਰਦਾ ਹੈ। ਪਾਦਰੀ ਰਾਜ ਅਰੂਲ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਧਾਰਮਿਕ ਅਗਵਾਈ ਕਰ ਰਹੇ ਸਨ ਅਤੇ ਅਚਨਚੇਤ ਵਾਪਰੀ ਵਾਰਦਾਤ ਹਰ ਕਿਸੇ ਦੀ ਸਮਝ ਤੋਂ ਬਾਹਰ ਹੈ। ਇੱਥੇ ਦੱਸਣਾ ਬਣਦਾ ਹੈ ਕਿ ਸੈਨਿਕਾ ਕਸਬਾ ਕੈਂਸਰ ਸਿਟੀ ਤੋਂ 145 ਕਿਲੋਮੀਟਰ ਉੱਤਰ ਪੱਛਮ ਵੱਲ ਹੈ ਅਤੇ ਤਕਰੀਬਨ 2100 ਲੋਕ ਕਸਬੇ ਵਿੱਚ ਵਸਦੇ ਹਨ। ਈਰਾਨ ਦੀ ਕਰੰਸੀ ਰਿਆਲ ਅਮਰੀਕੀ ਡਾਲਰ ਦੇ ਮੁਕਾਬਲੇ ਰਿਕਾਰਡ ਹੇਠਲੇ ਪੱਧਰ ਤੇ ਕਾਰੋਬਾਰ ਕਰ ਰਹੀ ਸੀ, ਕਿਉਂਕਿ ਦੇਸ਼ ਲੰਬੀ ਛੁੱਟੀ ਤੋਂ ਬਾਅਦ ਕੰਮ ਤੇ ਵਾਪਸ ਆਇਆ ਸੀ। ਫਾਰਸੀ ਨਵੇਂ ਸਾਲ ਨੋਰੇਜ਼ ਦੌਰਾਨ ਰਿਆਲ 10 ਲੱਖ ਰਿਆਲ ਤੋਂ ਵੱਧ ਡਿੱਗ ਗਿਆ ਸੀ, ਕਿਉਂਕਿ ਮੁਦਰਾ ਦੁਕਾਨਾਂ ਬੰਦ ਸਨ ਅਤੇ ਸੜਕਾਂ ਤੇ ਸਿਰਫ ਗੈਰ ਰਸਮੀ ਵਪਾਰ ਹੋਇਆ ਸੀ, ਜਿਸ ਨਾਲ ਬਾਜ਼ਾਰ ਤੇ ਵਾਧੂ ਦਬਾਅ ਪਿਆ ਸੀ। ਪਰ ਜਿਵੇਂ ਹੀ ਵਪਾਰੀਆਂ ਨੇ ਕੰਮ ਦੁਬਾਰਾ ਸ਼ੁਰੂ ਕੀਤਾ ਤਾਂ ਦਰ ਡਾਲਰ ਦੇ ਮੁਕਾਬਲੇ 1,43,000 ਤੱਕ ਹੋਰ ਵੀ ਡਿੱਗ ਗਏ, ਜਿਸ ਨਾਲ ਇਹ ਸੰਕੇਤ ਮਿਲਦਾ ਹੈ ਕਿ ਇਹ ਨਵਾਂ ਹੇਠਲਾ ਪੱਧਰ ਇੱਥੇ ਬਣਿਆ ਰਹੇਗਾ। ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਫਿਰਦੌਸੀ ਸਟਰੀਟ ਤੇ, ਜੋ ਕਿ ਦੇਸ਼ ਦੇ ਮੁਦਰਾ ਐਕਸਚੇਂਜਾਂ ਦਾ ਕੇਂਦਰ ਹੈ, ਕੁਝ ਵਪਾਰੀਆਂ ਨੇ ਆਪਣੇ ਇਲੈਕਟ੍ਰੋਨਿਕ ਚਿੰਨ੍ਹ ਵੀ ਬੰਦ ਕਰ ਦਿੱਤੇ ਜੋ ਚੱਲ ਰਹੀ ਦਰ ਨੂੰ ਦਰਸਾਉਂਦੀਆਂ ਹਨ, ਕਿਉਂਕਿ ਅਨਿਸ਼ਚਿਤਤਾ ਇਸ ਗੱਲ ਦੀ ਸੀ ਕਿ ਰਿਆਲ ਕਿੰਨਾ ਹੋਰ ਡਿੱਗ ਸਕਦਾ ਹੈ। ਭਾਰਤ ਤੋਂ ਫਰਾਰ ਹੋ ਕੇ ਅਖੌਤੀ ਯੂਨਾਈਟਿਡ ਸਟੇਟਸ ਆਫ ਕੈਲਾਸਾ ਬਣਾਉਣ ਵਾਲੇ ਪਖੰਡੀ ਸਾਧ ਨਿਤਿਆਨੰਦ ਦੀ ਇੱਕ ਹੋਰ ਕਰਤੂਤ ਸਾਹਮਣੇ ਆਈ ਹੈ। ਕੈਲਾਸਾ ਦੇ 20 ਕਥਿਤ ਨਾਗਰਿਕਾਂ ਨੂੰ ਦੱਖਣੀ ਅਮਰੀਕਾ ਦੇ ਮੁਲਕ ਬੋਲੀਵੀਆ ਵਿੱਚ ਗ੍ਰਿਫਤਾਰ ਕਰਦਿਆਂ ਡਿਪੋਰਟ ਕਰ ਦਿੱਤਾ ਗਿਆ।
ਨਿਤਿਆਨੰਦ ਨੇ ਚੇਲਿਆਂ ਵਿਰੁੱਧ ਦੋਸ਼ ਸਨ ਕਿ ਉਹਨਾਂ ਨੇ 3 ਆਦੀਵਾਸੀ ਕਬੀਲਿਆਂ ਨਾਲ ਰਲ ਕੇ 4,80,000 ਹੈਕਟੇਅਰ ਸਰਕਾਰੀ ਜ਼ਮੀਨ ਉੱਤੇ ਕਬਜ਼ਾ ਕਰਨ ਦਾ ਯਤਨ ਕੀਤਾ। ਮੀਡੀਆ ਰਿਪੋਰਟਾਂ ਮੁਤਾਬਕ ਨਿਤਿਆਨੰਦ ਨੇ ਚੇਲਿਆਂ ਨੇ ਬਾਉਰ, ਕਾਯੂਬਾ ਅਤੇ ਅਸੇ ਆਹਾ ਕਬੀਲਿਆਂ ਤੋਂ 1000 ਸਾਲ ਵਾਸਤੇ ਜ਼ਮੀਨ ਲੀਜ਼ ਤੇ ਲਈ। ਲੀਜ਼ ਕੰਟਰੈਕਟ ਵਿੱਚ ਲਿਖਿਆ ਗਿਆ ਹੈ ਕਿ ਕਲਾਸਾ ਆਪਣੀ ਮਰਜ਼ੀ ਮੁਤਾਬਕ ਜ਼ਮੀਨ ਦੀ ਵਰਤੋਂ ਕਰ ਸਕਦੇ ਹਨ, ਜਦਕਿ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਕੋਈ ਵਿਦੇਸ਼ੀ ਨਾਗਰਿਕ ਐਮਾਜ਼ੋਨ ਇਲਾਕੇ ਵਿੱਚ ਜ਼ਮੀਨ ਖਰੀਦਣ ਜਾਂ ਲੀਜ਼ ਤੇ ਲੈਣ ਦਾ ਹੱਕਦਾਰ ਨਹੀਂ ਹੈ। ਬੋਲੀਵੀਆ ਸਰਕਾਰ ਵੱਲੋਂ ਸਾਰੇ 20 ਜਾਣਿਆਂ ਨੂੰ ਭਾਰਤ, ਅਮਰੀਕਾ, ਸਵੀਡਨ ਅਤੇ ਚੀਨ ਰਿਪੋਰਟ ਕਰ ਦਿੱਤਾ ਹੈ, ਜਿੱਥੇ ਇਹ ਟੂਰਿਸਟ ਵੀਜ਼ਾ ਤੇ ਆਏ ਸਨ। ਨਿਤਿਆਨੰਦ ਦੇ ਚੇਲੇ ਕਿਸੇ ਤਰੀਕੇ ਨਾਲ ਬੋਲੀਵੀਆ ਦੇ ਰਾਸ਼ਟਰਪਤੀ ਨਾਲ ਫੋਟੋ ਖਿਚਵਾਉਣ ਵਿੱਚ ਸਫਲ ਹੋ ਗਏ, ਜਿਸ ਦੇ ਆਧਾਰ ਤੇ ਇਨ੍ਹਾਂ ਵੱਲੋਂ ਹਜ਼ਾਰਾਂ ਏਕੜ ਜ਼ਮੀਨ ਉੱਤੇ ਕਾਬਜ਼ ਹੋਣ ਦਾ ਯਤਨ ਕੀਤਾ। ਇੱਥੇ ਦੱਸਣਾ ਬਣਦਾ ਹੈ ਕਿ ਨਿਤਿਆਨੰਦ ਵਿਰੁੱਧ ਭਾਰਤ ਵਿੱਚ ਬਲਾਤਕਾਰ, ਬੱਚਿਆਂ ਨੂੰ ਅਗਵਾ ਕਰਨ ਅਤੇ ਤਸੀਹੇ ਦੇਣ ਵਰਗੇ ਦੋਸ਼ ਲੱਗੇ ਸਨ ਅਤੇ 5 ਸਾਲ ਪਹਿਲਾਂ ਭਾਰਤ ਤੋਂ ਫਰਾਰ ਹੋ ਗਿਆ ਸੀ। ਨਿਤਿਆਨੰਦ ਆਪਣੇ ਕੋਲ ਗੈਬੀ ਤਾਕਤਾਂ ਹੋਣ ਦਾ ਦਾਅਵਾ ਕਰਦਾ ਹੈ ਅਤੇ ਉਸਨੇ ਕਲਾਸਾ ਦਾ ਪਾਸਪੋਰਟ ਵੀ ਬਣਾਇਆ ਹੋਇਆ ਹੈ। ਹਾਲ ਹੀ ਵਿੱਚ ਨਿਤਿਆਨੰਦ ਦੀ ਮੌਤ ਦੀਆਂ ਖਬਰਾਂ ਵੀ ਸਾਹਮਣੇ ਆਈਆਂ, ਜਦਕਿ ਉਸਦੇ ਇੱਕ ਰਿਸ਼ਤੇਦਾਰ ਸੁੰਦਰੇਸ਼ਵਰ ਵੱਲੋਂ ਇਹ ਦਾਅਵਾ ਕੀਤਾ ਗਿਆ, ਪਰ ਨਿਤਿਆਨੰਦ ਨੇ ਨੁਮਾਇੰਦਿਆਂ ਨੇ ਦਾਅਵਾ ਕੀਤਾ ਕਿ ਉਹ ਪੂਰੀ ਤਰ੍ਹਾਂ ਸਿਹਤਮੰਦ ਅਤੇ ਸਰਗਰਮ ਹੈ। ਦੱਖਣ ਭਾਰਤ ਵਿੱਚ ਅਰੁਣਾਚਲਮ ਰਾਜੇਸ਼ਖਰਨ ਦੇ ਨਾਂ ਨਾਲ ਜੰਮਿਆ ਨਿਤਿਆਨੰਦ ਨੇ 20 ਤੇ 25 ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ਡੇਰਾ ਬੰਗਲੌਰ ਨੇੜੇ ਬਣਾ ਲਿਆ ਅਤੇ ਇਸ ਮਗਰੋਂ ਭਾਰਤ ਦੇ ਕਈ ਰਾਜਾਂ ਵਿੱਚ ਡੇਰਾ ਕਾਇਮ ਕਰਨ ਵਿੱਚ ਕਾਮਯਾਬ ਰਿਹਾ। ਬਲਾਤਕਾਰ ਵਰਗੇ ਗੰਭੀਰ ਦੋਸ਼ ਲੱਗਣ ਮਗਰੋਂ ਨਿਤਿਆਨੰਦ ਨੇ ਇਕਵਾਡੋਰ ਨੇੜੇ ਫਰਜ਼ੀ ਮੁਲਕ ਕਲਾਸਾ ਬਣਾ ਲਿਆ ਅਤੇ ਇਸ ਨੂੰ ਰੂਹਾਨੀਅਤ ਦਾ ਕੇਂਦਰ ਦੱਸਣ ਲੱਗਾ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਆਸਿਫ ਅਲੀ ਨੇ ਅਧਿਕਾਰੀਆਂ ਵੱਲੋਂ ਦੇਸ਼ ਵਿੱਚ ਰਹਿ ਰਹੇ ਅਫਗਾਨ ਨਾਗਰਿਕਾਂ ਨੂੰ ਜ਼ਬਰਦਸਤੀ ਅਫਗਾਨਿਸਤਾਨ ਭੇਜਣ ਦੀ ਨਿੰਦਾ ਕੀਤੀ। ਇਸਲਾਮਾਬਾਦ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ਅਸੀਂ ਪ੍ਰਵਾਸੀਆਂ ਨੂੰ ਉਦੋਂ ਤੱਕ ਅਫਗਾਨਿਸਤਾਨ ਵਾਪਸ ਨਹੀਂ ਭੇਜਾਂਗੇ ਜਦੋਂ ਤੱਕ ਅਫਗਾਨ ਸਰਕਾਰ ਉਹਨਾਂ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੁੰਦੀ। ਇਸ ਤੋਂ ਇਲਾਵਾ ਰਿਪੋਰਟ ਅਨੁਸਾਰ ਪਾਕਿਸਤਾਨ ਤਹਿਰੀਕ-ਏ-ਇਸਲਾਮ ਦੇ ਮੁੱਖ ਮੰਤਰੀ ਨੇ ਕਿਹਾ, ਖੈਬਰ ਪਖਤੂਨਖਵਾ ਪੁਲਿਸ ਕਿਸੇ ਨੂੰ ਵੀ ਉਸਦੇ ਘਰੋਂ ਜ਼ਬਰਦਸਤੀ ਨਹੀਂ ਕੱਢੇਗੀ। ਦੇਸ਼ ਅਫਗਾਨਿਸਤਾਨ ਨਾਲ ਗੱਲਬਾਤ ਕੀਤੇ ਬਿਨਾਂ ਸ਼ਾਂਤੀ ਪ੍ਰਾਪਤ ਨਹੀਂ ਕਰ ਸਕਦਾ। ਉਹਨਾਂ ਦੀ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਸੰਘੀ ਸਰਕਾਰ ਨੇ ਗੈਰ ਦਸਤਾਵੇਜ਼ੀ ਸ਼ਰਨਾਰਥੀਆਂ ਅਤੇ ਅਫਗਾਨ ਨਾਗਰਿਕ ਕਾਰਡ ਧਾਰਕਾਂ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਉਹਨਾਂ ਦੀ ਸਵੈ ਇੱਛਾ ਨਾਲ ਵਾਪਸੀ ਦੀ ਆਖਰੀ ਮਿਤੀ 31 ਮਾਰਚ 2025 ਨੂੰ ਖਤਮ ਹੋ ਗਈ ਸੀ। ਬਾਅਦ ਵਿੱਚ ਇਸ ਆਖਰੀ ਮਿਤੀ ਨੂੰ ਕੁਝ ਦਿਨਾਂ ਲਈ ਵਧਾ ਦਿੱਤਾ ਗਿਆ ਸੀ। ਮੁੱਖ ਮੰਤਰੀ ਨੇ ਕਿਹਾ, ਸਾਡੇ ਅਫਗਾਨ ਸ਼ਰਨਾਰਥੀਆਂ ਨਾਲ ਸੱਭਿਆਚਾਰਕ ਅਤੇ ਇਤਿਹਾਸਕ ਸਬੰਧ ਹਨ। ਜਿਹੜੇ ਸ਼ਰਨਾਰਥੀ ਆਪਣੀ ਮਰਜ਼ੀ ਨਾਲ ਜਾਣਾ ਚਾਹੁੰਦੇ ਹਨ, ਉਹਨਾਂ ਨੂੰ ਸਨਮਾਨ ਨਾਲ ਵਾਪਸ ਆਉਣ ਲਈ ਸਰੋਤ ਪ੍ਰਦਾਨ ਕੀਤੇ ਜਾਣਗੇ। ਇਸ ਤੋਂ ਇਲਾਵਾ ਨਿਊਜ਼ ਅਨੁਸਾਰ ਮੁੱਖ ਮੰਤਰੀ ਨੇ ਸੰਘੀ ਸਰਕਾਰ ਦੇ ਇਰਾਦਿਆਂ ਤੇ ਸਵਾਲ ਉਠਾਇਆ ਅਤੇ ਕਿਹਾ ਕਿ ਉਹ ਅਜੇ ਵੀ ਇਸਲਾਮਾਬਾਦ ਵੱਲੋਂ ਅਫਗਾਨ ਤਾਲਿਬਾਨ ਦੀ ਅਗਵਾਈ ਵਾਲੀ ਅੰਤਰਿਮ ਅਫਗਾਨਿਸਤਾਨ ਸਰਕਾਰ ਨਾਲ ਗੱਲਬਾਤ ਸ਼ੁਰੂ ਕਰਨ ਲਈ ਸੰਦਰਭ ਦੀਆਂ ਸ਼ਰਤਾਂ ਨੂੰ ਮਨਜ਼ੂਰੀ ਦੇਣ ਦੀ ਉਡੀਕ ਕਰ ਰਹੇ ਹਨ। ਇਹ ਸਾਂਝੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਸਾਡੇ ਚੈਨਲ ਪੰਜਾਬ ਮੇਲ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।